ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਬੂਹੇ ਬਾਰੀਆਂ ਦਾ ਲੇਖ ਜਵਾਨੀ ਤੇ ਬੁਢਾਪਾ। ਜਵਾਨੀ ਚਲੇ ਜਾਣ ਉਪਰੰਤ ਹੀ ਇਹਦੇ ਮਹੱਤਵ ਦਾ ਗਿਆਨ ਹੁੰਦਾ ਹੈ। ਜਵਾਨੀ ਜ਼ਿੰਦਗੀ ਦੇ ਜੋਬਨ ਦਾ ਨਾਂ ਹੈ। ਉਮਰ ਦਾ ਇਹ ਉਹ ਸਮਾਂ ਹੁੰਦਾ ਜਦੋਂ ਬੰਦਾ ਆਪਣੇ ਆਪ ਨੂੰ ਰੱਬ ਸਮਝਦਾ ਹੈ। ਜੇ ਇਸ ਸਮੇਂ ਰੱਬ ਵੀ ਮਿਲ ਜਾਏ ਤਾਂ ਕਹੇ ਤੂੰ ਜਾਣਦਾ ਨਹੀਂ ਮੈਂ ਰੱਬ ਹਾਂ, ਤਾਂ ਅੱਗੋਂ ਜਵਾਬ ਮਿਲੇਗਾ ਮੈਂ ਕਿਹੜਾ ਤੇਰੇ ਤੋਂ ਘੱਟ ਹਾਂ। ਜਵਾਨੀ ਦੇ ਵਹਿਣ ਵਿੱਚ ਹਰ ਮਨੁੱਖ ਆਪਣੇ ਪੱਖ ਵਿੱਚ ਅਨੇਕਾਂ ਭਰਮ ਉਸਾਰਦਾ ਹੈ ਅਤੇ ਆਪਣੇ ਆਪ ਨੂੰ ਸਰਬ ਕਲਾ ਸਮਰੱਥ ਸਮਝਦਾ ਹੈ। ਜਵਾਨਾਂ ਕੋਲ ਆਪਣਾ ਹੀ ਫਲਸਫਾ ਇੰਨਾ ਹੁੰਦਾ ਹੈ ਕਿ ਉਹਨਾਂ ਨੂੰ ਕੁਝ ਸਿਖਾਉਣਾ ਬੜਾ ਮੁਸ਼ਕਿਲ ਹੁੰਦਾ ਹੈ। ਕੋਈ ਯੁੱਗ ਸੀ ਜਦੋਂ ਵਡੇਰਿਆਂ ਦੀ ਕਦਰ ਸੀ, ਪਰ ਅੱਜ ਕੱਲ੍ਹ ਜਵਾਨਾਂ ਦਾ ਯੁੱਗ ਹੈ। ਬੁਢਾਪਾ ਹਮੇਸ਼ਾ ਹੀ ਅਗਲੇਰੀ ਪੀੜ੍ਹੀ ਪ੍ਰਤੀ ਨੱਕ ਮੂੰਹ ਚਾੜ੍ਹਦਾ ਰਿਹਾ ਅਤੇ ਜਵਾਨ ਹਮੇਸ਼ਾ ਹੀ ਬੁੱਢਿਆਂ ਪ੍ਰਤੀ ਘਿਰਣਾ ਪ੍ਰਗਟਾਉਂਦੇ ਰਹੇ ਹੈ। ਸੱਚ ਤਾਂ ਇਹ ਹੈ ਕਿ ਜ਼ਿੰਦਗੀ ਦੀ ਹਰ ਉਮਰ ਦਾ ਆਪਣਾ ਹੀ ਮਹੱਤਵ ਹੈ। ਜਵਾਨੀ ਕੁਝ ਕਰਨ 'ਚ ਵਿਸ਼ਵਾਸ ਰੱਖਦੀ ਹੈ, ਜਦਕਿ ਬੁਢਾਪਾ ਆਪਣੀ ਟੇਕ ਸੋਚ ਵਿਚਾਰ ਉੱਤੇ ਰੱਖਦਾ ਹੈ। ਜਵਾਨੀ ਆ ਕੇ ਚਲੀ ਜਾਂਦੀ ਹੈ, ਬੁਢਾਪਾ ਆਉਂਦਾ ਹੈ, ਜਾਂਦਾ ਨਹੀਂ। ਕਿਹਾ ਜਾਂਦਾ ਹੈ ਕਿ 12 ਸਾਲ ਦੀ ਉਮਰ 'ਚ ਬਚਪਨ ਗੁਆਚ ਜਾਂਦਾ ਹੈ, 15 ਸਾਲ ਦੀ ਉਮਰ 'ਚ ਜਵਾਨੀ ਦਾ ਬੁਖਾਰ ਚੜ੍ਹਨ ਲੱਗਦਾ ਹੈ, 20 ਸਾਲ ਦੀ ਉਮਰ 'ਚ ਪਹਿਲਾ ਪਿਆਰ ਲਗਭਗ ਮੁੱਕ ਜਾਂਦਾ ਹੈ, 30 ਸਾਲ ਦੀ ਉਮਰ 'ਚ ਬੰਦਿਆਂ ਉੱਤੇ ਵਿਸ਼ਵਾਸ ਨਹੀਂ ਰਹਿੰਦਾ, 40 ਸਾਲ ਦੀ ਉਮਰ 'ਚ ਦੋਸਤਾਂ ਨਾਲ ਵੀ ਬਾਕੀ ਦੁਨੀਆ ਵਾਂਗ ਮੋਹ ਟੁੱਟ ਜਾਂਦਾ ਹੈ, 50 ਸਾਲ ਦੀ ਉਮਰ ਵਿੱਚ ਸਭ ਪ੍ਰਕਾਰ ਦੀ ਆਸ ਫਿੱਕੀ ਪੈਣ ਲੱਗਦੀ ਹੈ ਅਤੇ 60 ਸਾਲ ਦੀ ਉਮਰ 'ਚ ਪੇਟ ਨਾਲੋਂ ਭੁੱਖ, ਅੱਖਾਂ ਨਾਲੋਂ ਨਜ਼ਰ, ਕੰਨਾਂ ਨਾਲੋਂ ਸੰਗੀਤ ਅਤੇ ਜੀਭ ਨਾਲੋਂ ਸੁਆਦ ਰੁੱਸ ਜਾਂਦੇ ਹਨ। ਹਰ ਕਿਸੇ ਨੇ ਜਵਾਨੀ ਦੀ ਉਮਰ ਨੂੰ ਆਪਣੇ ਆਪਣੇ ਦ੍ਰਿਸ਼ਟੀਕੋਣ ਨਾਲ ਵੇਖਿਆ, ਪਰਖਿਆ ਅਤੇ ਪ੍ਰਗਟਾਇਆ ਹੈ। ਜਵਾਨਾਂ ਨੂੰ ਨਹੀਂ ਸਮਝਾਇਆ ਜਾ ਸਕਦਾ ਕਿ ਬੁਢਾਪਾ ਕੀ ਹੁੰਦਾ ਹੈ। ਬੁੱਢੇ ਕੋਸ਼ਿਸ਼ ਦੇ ਬਾਵਜੂਦ ਯਾਦ ਨਹੀਂ ਕਰ ਸਕਦੇ ਕਿ ਉਹਨਾਂ 'ਤੇ ਜਵਾਨੀ ਵੀ ਆਈ ਸੀ। ਕਹਿੰਦੇ ਹੈ ਕਿ ਜੇ ਹਰ ਕਿਸੇ ਨੂੰ 2 ਜਵਾਨੀਆਂ ਅਤੇ 2 ਬੁਢਾਪੇ ਮਿਲਣ ਤਾਂ ਮਨੁੱਖ ਦੀਆਂ ਬਹੁਤੀਆਂ ਗਲਤੀਆਂ ਸੁਤੇ ਸਿੱਧੀ ਠੀਕ ਹੋ ਜਾਣਗੀਆਂ। ਜਵਾਨੀ 'ਚ ਜੋਸ਼ ਹੁੰਦਾ ਹੈ, ਸੰਜਮ ਨਹੀਂ। ਬੁਢਾਪੇ 'ਚ ਤਰਕ ਹੁੰਦਾ ਹੈ, ਪਰ ਤਾਕਤ ਨਹੀਂ। ਜਵਾਨਾਂ ਦੀ ਅਗਵਾਈ ਕਰ ਰਿਹਾ ਜਵਾਨ ਇੰਝ ਪ੍ਰਤੀਤ ਹੁੰਦਾ ਜਿਵੇਂ ਅੰਨਾ ਅੰਨਿਆਂ ਨੂੰ ਲਿਜਾ ਰਿਹਾ ਹੋਵੇ। ਜਵਾਨੀ 'ਚ ਦਿਮਾਗ ਸੁੱਜਿਆ ਹੋਇਆ ਹੁੰਦਾ ਹੈ ਅਤੇ ਸਭ ਕੁਝ ਹੋਰ ਪ੍ਰਤੀਤ ਹੁੰਦਾ ਹੈ। ਜਵਾਨੀ ਪ੍ਰਯੋਗ ਕਰਨ ਦਾ ਸਮਾਂ ਹੁੰਦੀ ਹੈ ਅਤੇ ਇਹ ਸੋਚਣ ਵਿਚਾਰਨ ਦੀ ਉਮਰ ਨਹੀਂ ਹੁੰਦੀ। ਵਿਗਿਆਨ ਨੇ ਉਮਰਾਂ ਲੰਮੀਆਂ ਕਰ ਦਿੱਤੀਆਂ ਅਤੇ ਨਤੀਜੇ ਵਿੱਚ ਬੁੱਢਿਆਂ ਦੀ ਗਿਣਤੀ ਜਵਾਨਾਂ ਦੇ ਅਨੁਪਾਤ 'ਚ ਵਧੇਰੀ ਹੋ ਗਈ ਹੈ। ਦੂਜੇ ਪਾਸੇ ਸੰਤਾਨ ਸੰਜਮ ਦੇ ਪ੍ਰਭਾਵਾਂ ਅਧੀਨ ਅਸੀਂ ਇੱਕ ਬਿਲਕੁਲ ਹੀ ਨਵੀਂ ਪ੍ਰਕਾਰ ਦੇ ਯੁੱਗ 'ਚ ਦਾਖਲ ਹੋ ਰਹੇ ਹਾਂ, ਜਿਸ ਵਿੱਚ ਬੁਢਾਪੇ ਅਤੇ ਜਵਾਨੀ ਦੇ ਸੁਮੇਲ ਨਾਲ ਹੀ ਅਜੋਕੇ ਯੁੱਗ ਦੀਆਂ ਸਮੱਸਿਆਵਾਂ ਸੁਲਝਾਈਆਂ ਜਾ ਸਕਣਗੀਆਂ। ਜਵਾਨੀ ਉਮਰ ਦਾ ਇੱਕ ਪੜਾਅ ਨਹੀਂ, ਇਹ ਮਨ ਦੀ ਇੱਕ ਅਵਸਥਾ ਹੁੰਦੀ ਹੈ। ਕਈਆਂ ਦੀ ਆਵਾਜ਼ ਜਵਾਨੀ ਵਿੱਚ ਹੀ ਥੱਕ ਜਾਂਦੀ ਹੈ ਅਤੇ ਕਈ ਬੁੱਢੇ ਵੀ ਟੱਲ ਵਾਂਗ ਖੜਕਦੇ ਹੈ। ਜਵਾਨ ਆਪਣੀ ਯੋਗਤਾ ਨਾਲੋਂ ਉਚੇਰੀ ਛਾਲ ਮਾਰਦੇ ਹੈ। ਉਹ ਆਪਣੀਆਂ ਬਾਹਾਂ ਦੇ ਘੇਰੇ ਨਾਲੋਂ ਵਧੇਰੇ ਜੱਫੇ ਮਾਰਦੇ ਹੈ। ਉਹ ਬਿਨਾਂ ਅੰਤ ਦਾ ਅਨੁਮਾਨ ਲਾਇਆਂ ਕਾਰਜ ਆਰੰਭ ਕਰ ਦਿੰਦੇ ਹੈ, ਜਦਕਿ ਪੱਕੀ ਉਮਰ ਵਧੇਰੇ ਇਤਰਾਜ਼ ਕਰਦੀ ਹੈ, ਬਹੁਤਾ ਸਮਾਂ ਵਿਚਾਰ ਵਟਾਂਦਰੇ 'ਚ ਹੀ ਲਾ ਦਿੰਦੀ ਹੈ। ਪ੍ਰੌੜ ਉਮਰ ਜਲਦੀ ਪਛਤਾਉਣ ਲੱਗਦੀ ਹੈ ਅਤੇ ਦਰਮਿਆਨੀ ਪੱਧਰ ਦੀਆਂ ਪ੍ਰਾਪਤੀਆਂ ਨਾਲ ਹੀ ਸੰਤੁਸ਼ਟ ਹੋ ਜਾਂਦੀ ਹੈ। ਜਵਾਨ ਖਿਆਲ ਕਰਦੇ ਹੈ ਕਿ ਬੁੱਢੇ ਪਾਗਲ ਹੈ, ਜਦਕਿ ਬੁੱਢੇ ਜਾਣਦੇ ਹੈ ਕਿ ਜਵਾਨ ਮੂਰਖ ਹੈ। ਜਵਾਨਾਂ ਦੀ ਢਾਣੀ 'ਚ ਕਦੀ ਵੀ ਕੋਈ ਬੁੱਢਾ ਖਿੜੇ ਮੱਥੇ ਸਵੀਕਾਰ ਨਹੀਂ ਕੀਤਾ ਜਾਂਦਾ। ਹਰ ਬੁੱਢਾ ਇਸ ਗੱਲ ਤੋਂ ਫਿਕਰਮੰਦ ਹੁੰਦਾ ਹੈ ਕਿ ਜਵਾਨ ਸੰਸਾਰ ਨੂੰ ਕੁਰਾਹੇ ਪਾ ਰਹੇ ਹਨ। ਜਵਾਨਾਂ ਅਤੇ ਬੁੱਢਿਆਂ ਦੀ ਗੱਲਬਾਤ ਜਾਂ ਤਾਂ ਇੱਕ ਦੂਜੇ ਉੱਤੇ ਤੋਹਮਤਾਂ ਨਾਲ ਜਾਂ ਤਰਸ ਨਾਲ ਹੀ ਮੁੱਕਦੀ ਹੈ। ਇੱਕ ਲੇਖਕ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਵਾਨਾਂ ਦੀ ਭੰਡੀ ਕਰਨੀ ਬੁੱਢਿਆਂ ਦੇ ਜਿਉਂਦੇ ਰਹਿਣ ਲਈ ਜ਼ਰੂਰੀ ਹੈ, ਕਿਉਂਕਿ ਭੰਡੀ ਕਰਨ ਦੇ ਜੋਸ਼ ਸਦਕਾ ਹੀ ਬੁੱਢਿਆਂ ਦੇ ਖੂਨ ਦਾ ਵਹਾਅ ਬਣਿਆ ਰਹਿੰਦਾ ਹੈ। ਜੋ ਕੁਝ ਬੁੱਢੇ ਸੋਚਦੇ ਆ ਉਹ ਸੁਪਨਾ ਹੁੰਦਾ ਹੈ, ਜੋ ਕੁਝ ਜਵਾਨ ਕਿਆਸਦੇ ਆ ਉਹ ਮ੍ਰਿਗ ਤ੍ਰਿਸ਼ਨਾ ਹੁੰਦੀ ਹੈ। ਕਹਿਣ ਵਾਲਿਆਂ ਨੇ ਤਾਂ ਇਹ ਵੀ ਕਿਹਾ ਕਿ ਕਾਸ਼ ਜਵਾਨੀ ਨੂੰ ਸਮਝ ਹੁੰਦੀ ਅਤੇ ਬੁਢਾਪੇ ਕੋਲ ਸ਼ਕਤੀ ਹੁੰਦੀ। ਜਵਾਨ ਮੌਤ ਵੱਲ ਲਪਕਦੇ ਹੈ, ਜਦਕਿ ਮੌਤ ਬੁੱਢਿਆਂ ਵੱਲ ਲਪਕਦੀ ਹੈ। ਜਵਾਨ ਫੜਾ ਮਾਰਦੇ ਆ ਅਤੇ ਬੁੱਢੇ ਉਹ ਕਹਾਣੀਆਂ ਸੁਣਾਉਂਦੇ ਆ ਜਿਨ੍ਹਾਂ 'ਚ ਉਹ ਆਪ ਨਾਇਕ ਬਣਦੇ ਹਨ। ਦੋਵੇਂ ਵੱਖਰੇ ਵੱਖਰੇ ਢੰਗ ਅਪਣਾ ਕੇ ਮਾਨਤਾ ਪ੍ਰਾਪਤੀ ਦਾ ਨਾਟਕ ਕਰਦੇ ਹਨ। ਬੁੱਢੇ ਸੁਣ ਕੇ ਖੁਸ਼ ਹੁੰਦੇ ਹਨ ਕਿ ਅਜੇ ਤਾਂ ਤੁਸੀਂ ਜਵਾਨ ਲੱਗਦੇ ਹੋ, ਜਦੋਂ ਕਿ ਇਹ ਵਾਕ ਉਹਨਾਂ ਦੇ ਬੁੱਢੇ ਹੋਣ ਦਾ ਹੀ ਐਲਾਨਨਾਮਾ ਹੁੰਦਾ ਹੈ। ਜਵਾਨ ਸੁਣਨਾ ਚਾਹੁੰਦੇ ਹੈ ਕਿ ਤੁਸੀਂ ਆਪਣੀ ਉਮਰ ਨਾਲੋਂ ਢੇਰ ਸਿਆਣੇ ਹੋ। ਜਵਾਨੀ 'ਚ ਗਲਤੀਆਂ ਕੀਤੀਆਂ ਜਾਂਦੀਆਂ ਹਨ, ਪੱਕੀ ਉਮਰ 'ਚ ਇਹਨਾਂ ਗਲਤੀਆਂ ਦੇ ਜੱਕੜ ਜਾਲ 'ਚੋਂ ਨਿਕਲਣ ਦਾ ਸਫਲ ਯਤਨ ਕੀਤਾ ਜਾਂਦਾ ਹੈ ਅਤੇ ਬੁਢਾਪੇ 'ਚ ਪਛਤਾਵਾ ਹੀ ਪਛਤਾਵਾ ਹੁੰਦਾ ਹੈ।
ਜਵਾਨੀ ਵਿੱਚ ਕਾਹਲ ਹੁੰਦੀ ਹੈ ਤੇ ਕਾਹਲ 'ਚ ਕੀਤੀਆਂ ਗਲਤੀਆਂ ਦਾ ਪਛਤਾਵਾ ਅਸੀਂ ਆਰਾਮ ਨਾਲ ਉਮਰ ਭਰ ਕਰਦੇ ਹਾਂ। ਜਵਾਨੀ ਕੁਝ ਕਰਨ ਲਈ ਤਾਂਘਦੀ ਹੈ, ਜਦਕਿ ਬੁਢਾਪੇ 'ਚ ਮਾਰੀਆਂ ਮੱਲਾਂ ਦੀ ਯਾਦ ਹੰਢਾਈ ਜਾਂਦੀ ਹੈ। ਜਵਾਨੀ ਵਫਾਦਾਰ ਹੋਣਾ ਲੋਚਦੀ ਹੈ ਪਰ ਮਜਬੂਰ ਹੁੰਦੀ ਹੈ। ਬੁਢਾਪਾ ਬੇਵਫਾ ਹੋਣ ਦੇ ਯਤਨ ਕਰਦਾ ਹੈ ਪਰ ਲਾਚਾਰ ਹੁੰਦਾ ਹੈ। ਕਹਿੰਦੇ ਹਨ ਬਾਦਸ਼ਾਹ ਸੁਲੇਮਾਨ ਜਵਾਨੀ 'ਚ ਸਭ ਕੁਝ ਕਰਦਾ ਰਿਹਾ, ਪਰ ਬੁਢਾਪਾ ਉਹਨੇ ਨਸੀਹਤ ਭਰੇ ਅਖਾਣ ਮੁਹਾਵਰੇ ਲਿਖਣ 'ਚ ਗੁਜ਼ਾਰਿਆ। ਜਵਾਨੀ 'ਚ ਅੰਨਾ ਜ਼ੋਰ ਹੁੰਦਾ ਹੈ ਪਰ ਬੁਢਾਪੇ 'ਚ ਲਗਾਮਾਂ ਹੀ ਲਗਾਮਾਂ ਹੁੰਦੀਆਂ। ਅਮੀਰ ਹੋਣ ਦਾ ਤੇ ਗਰੀਬ ਹੋਣ ਦਾ ਸਭ ਤੋਂ ਢੁਕਵਾਂ ਸਮਾਂ ਜਵਾਨੀ ਹੁੰਦਾ ਹੈ। ਬੁਢਾਪੇ 'ਚ ਭਾਵੇਂ ਕਿੰਨੀਆਂ ਵੀ ਦੌਲਤਾਂ ਹੋਣ, ਮਿਹਦਾ ਸਭ ਕੁਝ ਤੋਂ ਮੁਨਕਰ ਹੋ ਜਾਂਦਾ ਹੈ। ਜਿਵੇਂ ਕੋਈ ਜਵਾਨ ਬੁੱਢਾ ਹੋਣਾ ਪਸੰਦ ਨਹੀਂ ਕਰਦਾ, ਇਵੇਂ ਹੀ ਕੋਈ ਸਿਆਣਾ ਬੁੱਢਾ ਵੀ ਮੁੜ ਜਵਾਨ ਹੋਣਾ ਨਹੀਂ ਚਾਹੁੰਦਾ। ਜਵਾਨੀ 'ਚ ਹਵਾਵਾਂ ਵੀ ਜਵਾਨਾਂ ਦੇ ਵੱਸ 'ਚ ਹੁੰਦੀਆਂ ਤੇ ਕਲਪਨਾ ਬਹੁਤ ਉੱਚੇ ਅੰਬਰਾਂ 'ਚ ਉਡਾਰੀਆਂ ਲਾਉਂਦੀ ਹੈ। ਬੁਢਾਪੇ 'ਚ 8 ਪੌੜੀਆਂ ਵੀ ਹਿਮਾਲਾ ਪਰਬਤ ਹੁੰਦੀਆਂ ਤੇ ਮੀਂਹ ਕੇਵਲ ਚਿੱਕੜ ਦੇ ਬਹਾਨੇ ਹੀ ਪ੍ਰਤੀਤ ਹੁੰਦਾ ਹੈ। ਜਵਾਨ ਦਾ ਕਿਸੇ ਇਸਤਰੀ ਨੂੰ ਪਿਆਰ ਕਰਨਾ ਇੱਕ ਸੁਭਾਵਿਕ ਜਿਹੀ ਗੱਲ ਹੁੰਦੀ ਹੈ। ਬੁੱਢੇ ਦਾ ਕਿਸੇ ਵੱਲ ਵੇਖਣਾ ਵੀ ਵਿਚਾਰ ਹੁੰਦਾ ਹੈ। ਜਵਾਨੀ ਪਿਆਰ ਤੋਂ ਬਿਨਾਂ ਕੀ ਹੋਏਗੀ? ਬੁਢਾਪਾ ਪਿਆਰ 'ਚ ਕਿਵੇਂ ਵਿਚਰੇਗਾ? ਜਦੋਂ ਪਤਨੀ ਖਾਣੇ ਵਾਲੇ ਮੇਜ਼ ਉੱਤੇ ਖਾਣਾ ਰੱਖਦੀ ਹੈ ਤਾਂ ਜਵਾਨ ਪਤਨੀ ਵੱਲ ਵੇਖਦਾ, ਜਦਕਿ ਬੁੱਢਾ ਵਿਅਕਤੀ ਖਾਣੇ ਉੱਤੇ ਨਜ਼ਰ ਟਿਕਾਉਂਦਾ ਹੈ। ਪੁਰਸ਼ ਦੀ ਜਵਾਨੀ ਉਦੋਂ ਤੱਕ ਹੀ ਹੁੰਦੀ ਹੈ ਜਦੋਂ ਤੱਕ ਉਹਨੂੰ ਕੋਈ ਔਰਤ ਖੁਸ਼ ਜਾਂ ਉਦਾਸ ਕਰ ਸਕਦੀ ਹੋਵੇ। ਵਿਚਕਾਰਲੀ ਉਮਰ ਉਦੋਂ ਹੁੰਦੀ ਹੈ ਜਦੋਂ ਕੋਈ ਔਰਤ ਖੁਸ਼ ਤਾਂ ਕਰ ਸਕਦੀ ਹੋਵੇ ਪਰ ਉਦਾਸ ਨਾ ਕਰ ਸਕਦੀ ਹੋਵੇ। ਬੁੱਢੀ ਉਮਰ ਉਹ ਹੁੰਦੀ ਹੈ ਜਦੋਂ ਕੋਈ ਔਰਤ ਕਿਸੇ ਨੂੰ ਨਾ ਖੁਸ਼ ਕਰ ਸਕਦੀ ਹੈ, ਨਾ ਉਦਾਸ ਕਰ ਸਕਦੀ ਹੈ, ਪਰ ਤੰਗ ਕਰ ਸਕਦੀ ਹੈ। ਬੁਢਾਪੇ ਦੀ ਕੀਮਤ ਇਸ ਆਧਾਰ 'ਤੇ ਪੈਂਦੀ ਹੈ ਕਿ ਉਹ ਜਵਾਨੀ 'ਚ ਕੀ ਸੀ, ਤੇ ਜਵਾਨੀ ਦਾ ਮੁੱਲ ਇਸ ਆਧਾਰ 'ਤੇ ਪੈਂਦਾ ਹੈ ਕਿ ਉਹ ਬੁਢਾਪੇ 'ਚ ਪ੍ਰਾਪਤੀ ਦੀਆਂ ਕਿਹੜੀਆਂ ਸਿਖਰਾਂ ਛੂਹੇਗੀ। ਹਵੇਲੀ ਤੋਂ ਬਣਨ ਵਾਲੇ ਖੰਡਰ ਕਿਆਸੇ ਜਾਂਦੇ ਹਨ। ਖੰਡਰਾਂ ਤੋਂ ਹਵੇਲੀ ਦੀ ਸ਼ਾਨ ਦਾ ਅਨੁਮਾਨ ਲਾਇਆ ਜਾਂਦਾ ਹੈ। ਜਵਾਨੀ ਭਵਿੱਖ ਦੀਆਂ ਗੱਲਾਂ ਕਰਦੀ ਹੈ, ਬੁਢਾਪਾ ਅਤੀਤ ਦੇ ਕਿੱਸੇ ਸੁਣਾਉਂਦਾ ਹੈ। ਜਵਾਨੀ ਸਮੁੰਦਰ ਦੀ ਕਲਵਲ ਹੈ, ਬੁਢਾਪਾ ਮਾਰੂਥਲ ਦੀ ਲੰਮੀ ਚੁੱਪ ਹੁੰਦਾ ਹੈ। ਜਵਾਨੀ ਜਾਂ ਬੁਢਾਪੇ ਦਾ ਵਿਅਕਤੀ ਦੀ ਉਮਰ ਨਾਲ ਕੋਈ ਸੰਬੰਧ ਨਹੀਂ, ਇਹ ਮਨ ਦੀਆਂ ਵੱਖ-ਵੱਖ ਅਵਸਥਾਵਾਂ ਹਨ। ਕਈ ਜਵਾਨੀ ਵਿੱਚ ਹੀ ਮਹਾਤਮਾ ਬੁੱਧ ਬਣ ਜਾਂਦੇ ਹੈ ਤੇ ਕਈ ਬੁਢਾਪੇ ਵਿੱਚ ਵੀ ਬਾਬਾ ਦੀਪ ਸਿੰਘ ਹੁੰਦੇ ਹੈ। ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਨਕਲ ਮਾਰਨਾ। ਇਮਤਿਹਾਨਾਂ ਵਿੱਚ ਨਕਲ ਮਾਰਨ ਦਾ ਅਮਲ ਇੱਕ ਨਲਾਇਕ ਦਾ ਲਾਇਕ ਅਤੇ ਇੱਕ ਅਨਪੜ੍ਹ ਦਾ ਪੜ੍ਹੇ ਲਿਖੇ ਪ੍ਰਤੀਤ ਹੋਣ ਦਾ ਚਲਿੱਤਰ ਹੁੰਦਾ ਹੈ। ਮਿਸਾਲਾਂ ਦੇਣ ਦੀ ਲੋੜ ਨਹੀਂ ਕਿ ਸਰੀਰਕ ਤੇ ਦਿਮਾਗੀ ਮਿਹਨਤ ਪ੍ਰਤੀ ਸੰਸਾਰ ਦੀ ਵੱਡੀ ਆਬਾਦੀ ਬੇਮੁਖ ਹੈ, ਤੇ ਜੇ ਇੱਕ ਨੂੰ ਦਿਮਾਗੀ ਜਾਂ ਸਰੀਰਕ ਕੰਮ ਕਰਨ ਲਈ ਕਿਹਾ ਜਾਏ ਤਾਂ ਬਹੁਤੇ ਸਰੀਰਕ ਕੰਮ ਨੂੰ ਪਹਿਲੇ ਕਰਨਗੇ ਤੇ ਵੱਸ ਲੱਗਦੇ ਦਿਮਾਗੀ ਕੰਮ ਨੂੰ ਟਾਲਣਗੇ। ਮਨੁੱਖੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਨੁੱਖ ਨੇ ਆਪਣੇ ਦਿਮਾਗ ਦੀ ਵਰਤੋਂ ਆਪਣੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਹੀ ਕੀਤੀ ਹੈ। ਅੱਜ ਵੀ ਮਨੁੱਖ ਦੀਆਂ ਬਹੁਤੀਆਂ ਖੁਸ਼ੀਆਂ ਤੇ ਤਸੱਲੀਆਂ ਸਰੀਰਕ ਹਨ, ਮਾਨਸਿਕ ਜਾਂ ਦਿਮਾਗੀ ਨਹੀਂ। ਯੂਨਾਨ ਤੇ ਭਾਰਤ ਵਿੱਚ ਸਿਰਜਨਾਤਮਕ ਯੁੱਗ ਬਹੁਤ ਪਹਿਲਾਂ ਆਏ ਸਨ, ਪਰ ਪਿਛਲੇ 2000 ਸਾਲਾਂ ਤੋਂ ਅਸੀਂ ਰਟਣ ਰਟਾਉਣ, ਪਰੰਪਰਾ ਪਾਲਣ ਤੇ ਨਕਲ ਮਾਰਨ ਉੱਤੇ ਹੀ ਲੱਗੇ ਹੋਏ ਹਾਂ। ਸਾਮੰਤਵਾਦ ਦਾ ਇੱਕ ਖਾਸਾ ਇਹ ਹੁੰਦਾ ਹੈ ਕਿ ਪਰੰਪਰਾ ਨੂੰ ਪਾਲਦਾ ਹੈ, ਤਬਦੀਲੀ ਦਾ ਵਿਰੋਧ ਕਰਦਾ ਹੈ ਤੇ ਪ੍ਰਿਆਪਤ ਨੂੰ ਦ੍ਰਿੜ ਕਰਦਾ ਰਹਿੰਦਾ ਹੈ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਬਹੁਤਾ ਜ਼ੋਰ ਪੜ੍ਹਨ ਲਿਖਣ ਉੱਤੇ ਨਹੀਂ, ਸਗੋਂ ਵੇਖਣ ਸੁਣਨ ਉੱਤੇ ਦਿੱਤਾ ਜਾਂਦਾ ਹੈ। ਇਹ ਇੱਕ ਕਾਰਨ ਹੈ ਕਿ ਅਨੁਭਵ ਪ੍ਰਗਟਾਉਣ ਦੇ ਸਾਡੇ ਮਾਧਿਅਮ ਮੌਖਿਕ ਹਨ, ਲਿਖਤੀ ਜਾਂ ਕਲਾਤਮਕ ਨਹੀਂ। ਸਾਮੰਤਵਾਦੀ ਯੁੱਗ, ਧਰਮ ਦੇ ਗਲਬੇ ਤੇ ਕਵਿਤਾ ਦੀ ਪ੍ਰਮੁੱਖਤਾ ਕਾਰਨ ਅਸੀਂ ਬੋਲਣ 'ਚ ਵਧੇਰੇ ਮਾਹਿਰ ਹਾਂ ਤੇ ਲਿਖਣ 'ਚ ਅਸੀਂ ਬਹੁਤ ਪਿੱਛੇ ਹਾਂ। ਇਮਤਿਹਾਨ ਲਿਖਣ ਦਾ ਅਭਿਆਸ ਹੁੰਦਾ ਹੈ, ਜਦਕਿ ਵਿਦਿਆਰਥੀਆਂ ਨੇ ਅਭਿਆਸ ਵਧੇਰੇ ਕਰਕੇ ਸੁਣਨ ਦਾ ਤੇ ਕੁਝ ਹੱਦ ਤੱਕ ਪੜ੍ਹਨ ਦਾ ਕੀਤਾ ਹੁੰਦਾ ਹੈ। ਲਿਖਣ ਦਾ ਅਭਿਆਸ ਅਕਸਰ ਪ੍ਰੀਖਿਆ ਕੇਂਦਰ ਵਿੱਚ ਹੀ ਕੀਤਾ ਜਾਂਦਾ ਹੈ। ਸਿੱਖਿਆ ਪ੍ਰਾਪਤੀ ਦੀ ਵਿਧੀ ਤੇ ਆਦਰਸ਼ ਠੀਕ ਨਾ ਹੋਣ ਕਾਰਨ ਨਕਲ ਮਾਰਨ ਦੀ ਆਦਤ ਉਪਜਦੀ ਹੈ। ਨਕਲ ਮਾਰਨ ਦੀ ਪ੍ਰਵਿਰਤੀ ਉਦੋਂ ਤੱਕ ਨਹੀਂ ਹਟ ਸਕਦੀ ਜਦੋਂ ਤੱਕ ਪੜ੍ਹਨ ਤੇ ਲਿਖਣ ਦੇ ਖੇਤਰ 'ਚ ਲਿਖਣ ਨੂੰ ਪਹਿਲਾ ਦਰਜਾ ਪ੍ਰਾਪਤ ਨਹੀਂ ਹੋ ਜਾਂਦਾ। ਲਿਖਣ ਵਿੱਚ ਪੜ੍ਹਨਾ, ਸਮਝਣਾ, ਵੇਖਣਾ ਤੇ ਸੁਣਨਾ ਸਾਰੇ ਪਰਖੇ ਜਾਂਦੇ ਹਨ। ਇਸ ਪਰਖ ਤੋਂ ਸਾਡੇ ਵਿਦਿਆਰਥੀ ਡਰਦੇ ਹਨ। ਮਨੋਵਿਗਿਆਨਕ ਕਾਰਨਾਂ ਤੋਂ ਇਲਾਵਾ ਨਕਲ ਮਾਰਨ ਦੇ ਇਤਿਹਾਸਿਕ, ਸਮਾਜਿਕ ਤੇ ਸੱਭਿਆਚਾਰਕ ਕਾਰਨ ਵੀ ਹਨ।
ਅਜੋਕੇ ਅਧਿਆਪਕਾਂ ਦੇ ਮਾਪੇ ਅਨਪੜ੍ਹ ਸਨ, ਅਰਥਾਤ ਅਜੋਕੇ ਅਧਿਆਪਕ ਅਧਿਆਪਕਾਂ ਦੀ ਪਹਿਲੀ ਪੀੜ੍ਹੀ ਹਨ। ਇਵੇਂ ਹੀ ਅਜੋਕੇ ਵਿਦਿਆਰਥੀਆਂ ਦੇ ਮਾਪੇ ਅਨਪੜ੍ਹ ਹਨ, ਅਰਥਾਤ ਅਜੋਕੇ ਵਿਦਿਆਰਥੀ ਵਿਦਿਆਰਥੀਆਂ ਦੀ ਪਹਿਲੀ ਪੀੜ੍ਹੀ ਹਨ। ਅਧਿਆਪਕਾਂ ਤੇ ਵਿਦਿਆਰਥੀਆਂ ਦੀ ਦੂਜੀ ਪੀੜ੍ਹੀ ਨਿਰਸੰਦੇਹ ਪੜ੍ਹਨ ਲਿਖਣ ਨੂੰ ਵਧੇਰੇ ਅਪਣੱਤ ਨਾਲ ਸਵੀਕਾਰ ਕਰੇਗੀ। ਨਾਲ ਹੀ ਵੇਖਣਾ ਇਹ ਹੈ ਕਿ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਪਹਿਲੀ ਵਫਾਦਾਰੀ ਕਿੱਥੇ ਹੈ। ਬਹੁਤੇ ਅਧਿਆਪਕਾਂ ਦੀ ਪਹਿਲੀ ਪਸੰਦ ਟਿਊਸ਼ਨਾਂ ਪੜ੍ਹਾਉਣ ਦੀ ਤੇ ਬਹੁਤੀਆਂ ਅਧਿਆਪਕਾਵਾਂ ਦੀ ਪਹਿਲੀ ਵਫਾਦਾਰੀ ਸਵੈਟਰਾਂ ਬਣਨ ਵੱਲ ਹੈ। ਕਿਉਂ ਨਾ ਸਿਲੇਬਸ ਇਸ ਪ੍ਰਕਾਰ ਢਾਲ ਲਏ ਜਾਣ ਜਿਹੜੇ ਸਵੈਟਰ ਬੁਣਦੇ ਬੁਣਦੇ ਪੜ੍ਹਾਏ ਜਾ ਸਕਣ। ਬਹੁਤੇ ਪੇਂਡੂ ਅਧਿਆਪਕਾਂ ਦੀ ਪਹਿਲੀ ਵਫਾਦਾਰੀ ਮੱਝਾਂ ਪਾਲਣ ਵੱਲ ਜਾਂ ਅਜਿਹੀ ਖੇਤੀ ਨਾਲ ਸੰਬੰਧਿਤ ਕਿਸੇ ਹੋਰ ਧੰਦੇ ਵੱਲ ਹੈ। ਕਿਉਂ ਨਾ ਸਿਲੇਬਸਾਂ ਵਿੱਚ ਮੱਝਾਂ ਪਾਲਣ ਦਾ ਇੱਕ ਵਿਸ਼ਾ ਸ਼ਾਮਲ ਕਰ ਲਿਆ ਜਾਏ। ਇਵੇਂ ਹੀ ਬਹੁਤੇ ਵਿਦਿਆਰਥੀ ਦੀ ਪਹਿਲੀ ਵਫਾਦਾਰੀ ਪੜ੍ਹਾਈ ਵੱਲ ਨਹੀਂ, ਕਿਸੇ ਸੰਤੋ ਜਾਂ ਬੰਤੋ ਵੱਲ ਜਾਂ ਕਿਸੇ ਬੀਰੇ ਜਾਂ ਜਗੀਰੇ ਵੱਲ ਹੁੰਦੀ ਹੈ। ਜਦੋਂ ਤੱਕ ਇਹ ਵਫਾਦਾਰੀਆਂ ਨਹੀਂ ਬਦਲਦੀਆਂ, ਜਦੋਂ ਤੱਕ ਵਿੱਦਿਆ ਦੇ ਖੇਤਰ 'ਚ ਹਰ ਦੂਜੇ ਕੰਮ ਨੂੰ ਵਿੱਦਿਆ ਤੋਂ ਥੱਲੇ ਨਹੀਂ ਰੱਖਿਆ ਜਾਂਦਾ, ਵਿੱਦਿਆ ਪ੍ਰਦਾਨ ਕਰਨ ਤੇ ਵਿੱਦਿਆ ਪ੍ਰਾਪਤ ਕਰਨ ਦੇ ਅਸਲ ਆਨੰਦ ਨੂੰ ਮਾਣਿਆ ਨਹੀਂ ਜਾ ਸਕਦਾ। ਸੱਚ ਤਾਂ ਇਹ ਹੈ, ਅਜੇ ਤੱਕ ਵਿੱਦਿਆ ਨਾਲ ਸਾਡਾ ਮੋਹ ਹੀ ਨਹੀਂ ਪਿਆ ਤੇ ਪੜ੍ਹਨ ਪੜ੍ਹਾਉਣ ਨੂੰ ਇੱਕ ਵਗਾਰ ਸਮਝ ਕੇ ਨਿਪਟਾਇਆ ਜਾ ਰਿਹਾ ਹੈ। ਸਾਡੇ ਵਿੱਦਿਅਕ ਪ੍ਰਬੰਧ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਇੱਕ ਵਰਗ ਪੈਦਾ ਹੋ ਗਿਆ ਜੋ ਵਿੱਦਿਅਕ ਪ੍ਰਬੰਧ 'ਚ ਨੁਕਸ ਦੱਸ ਕੇ ਆਪਣੇ ਸਿੱਖਿਆ ਵਿਰੋਧੀ ਵਰਤਾਰੇ ਨੂੰ ਜਾਇਜ਼ ਦੱਸਣ ਲੱਗ ਪਿਆ। ਸਾਡੇ ਅਜੋਕੇ ਸਿਲੇਬਸ ਪੂੰਜੀਵਾਦੀ ਰੁਚੀ ਦੇ ਲਖਾਇਕ ਹਨ। ਉਦਾਹਰਨ ਵਜੋਂ ਕੈਲੰਡਰ ਦੇ ਸਵਾਲ, ਤਜਾਰਤ ਜਾਂ ਵਣਜ ਵਪਾਰ ਦੇ ਸਵਾਲ ਜਾਂ ਵਿਆਜ ਜਾਂ ਪ੍ਰਤੀਸ਼ਤ ਦੇ ਸਵਾਲ ਵਿਦਿਆਰਥੀਆਂ ਦੀ ਬਹੁ ਗਿਣਤੀ ਨਾਲ ਕਦੇ ਵੀ ਉਪਯੋਗੀ ਨਹੀਂ ਹੁੰਦੇ। ਸਿਲੇਬਸ ਸ਼ਹਿਰੀਆਂ ਨੇ ਸ਼ਹਿਰੀ ਵਿਦਿਆਰਥੀਆਂ ਲਈ ਬਣਾਏ ਹਨ ਤੇ ਫਸਟ ਤੇ ਸੈਕਿੰਡ ਡਿਵੀਜ਼ਨ ਦੇ ਅੰਕਾਂ ਦੀ ਹੱਦ ਵੀ ਸ਼ਹਿਰੀ ਵਿਦਿਆਰਥੀਆਂ ਦੀ ਮਾਨਸਿਕ ਪੱਧਰ ਨੂੰ ਧਿਆਨ 'ਚ ਰੱਖ ਕੇ ਨਿਰਧਾਰਿਤ ਕੀਤੀ ਗਈ ਹੈ। ਸਾਡੇ ਸਿਲੇਬਸ ਇਸ ਹੱਦ ਤੱਕ ਸ਼ਹਿਰੀ ਵਿਦਿਆਰਥੀਆਂ ਤੇ ਸ਼ਹਿਰੀ ਅਧਿਆਪਕਾਂ ਦੇ ਪੱਖ 'ਚ ਹਨ ਕਿ ਪੇਂਡੂ ਜਾਂ ਪਛੜੇ ਵਿਦਿਆਰਥੀ ਆਪਣੇ ਆਪ ਨੂੰ ਫਾਡੀ ਸਮਝ ਕੇ ਨਕਲ ਮਾਰਨ ਦੇ ਰਾਹ ਪੈ ਜਾਂਦੇ ਹਨ। ਜਦੋਂ ਸਿਲੇਬਸ 'ਚ ਗੋਡੀ ਕਰਨੀ, ਹਲ ਵਾਹੁਣਾ, ਡੰਗਰਾਂ ਦਾ ਗੁਤਾਵਾ ਕਰਨਾ, ਧਾਰ ਕੱਢਣੀ ਆਦਿ ਸ਼ਾਮਲ ਕਰ ਲਈ ਜਾਏਗੀ ਤਾਂ ਪੇਂਡੂ ਵਿਦਿਆਰਥੀ ਅੱਵਲ ਆਇਆ ਕਰਨਗੇ ਤੇ ਸ਼ਹਿਰੀ ਵਿਦਿਆਰਥੀ ਫੇਲ ਹੋਇਆ ਕਰਨਗੇ। ਕਈ ਅਗਿਆਨਤਾਵਸ ਘੱਟ ਨੰਬਰਾਂ ਵਾਲੇ ਹਰੀਜਨਾਂ ਨੂੰ ਦਾਖਲੇ ਦੇਣ ਦਾ ਵਿਰੋਧ ਕਰਦੇ ਹਨ। ਉਹਨਾਂ ਨੂੰ ਮੇਰਾ ਉੱਤਰ ਹੈ ਕਿ ਹਰੀਜਨਾਂ ਨੂੰ ਸਿਲੇਬਸ ਨਿਰਧਾਰਿਤ ਕਰ ਲੈਣ ਦਿਓ, ਉਹ ਕੋਈ ਰਿਆਇਤ ਨਹੀਂ ਮੰਗਣਗੇ। ਸਾਡੇ ਸਿਲੇਬਸਾਂ ਵਿੱਚ ਸਪਸ਼ਟ ਮੱਧ ਸ਼੍ਰੇਣੀਕ ਜਮਾਤੀ ਅੰਸ਼ ਪ੍ਰਦਾਨ ਹਨ। ਪੇਂਡੂ ਜਾਂ ਗਰੀਬ ਜਾਂ ਹਰੀਜਨ ਵਿਦਿਆਰਥੀ ਇਸ ਲਈ ਨਕਲ ਮਾਰਦਾ ਹੈ ਕਿਉਂਕਿ ਉਹਨੂੰ ਸ਼ਹਿਰੀ ਜਾਂ ਰੱਜਦੇ ਪੁੱਜਦੇ ਜਾਂ ਬ੍ਰਾਹਮਣ ਖੱਤਰੀ ਵਿਦਿਆਰਥੀਆਂ ਨਾਲ ਸਾਵਾਂ ਉਤਰਨ ਲਈ ਮਜਬੂਰ ਕੀਤਾ ਜਾਂਦਾ ਹੈ। ਮੱਧ ਸ਼੍ਰੇਣਿਕ ਵਿਦਿਆਰਥੀ ਇਸ ਹੱਦ ਤੱਕ ਕੰਮਚੋਰ ਹੁੰਦਾ ਹੈ ਕਿ ਵਿੱਦਿਆ ਨੂੰ ਚੰਗੇਰੀ ਸ਼ਖਸੀਅਤ ਦੀ ਉਸਾਰੀ ਲਈ ਨਹੀਂ, ਸਗੋਂ ਵਪਾਰ ਜਾਂ ਨੌਕਰੀ ਦੇ ਦ੍ਰਿਸ਼ਟੀਕੋਣ ਤੋਂ ਹੀ ਵੇਖਦਾ ਹੈ। ਇਹੀ ਕਾਰਨ ਹੈ ਕਿ ਨੌਕਰੀ ਪ੍ਰਾਪਤ ਕਰਨ ਦੇ ਨਾਲ ਹੀ ਉਹ ਵਿਅਕਤੀ ਕਿਤਾਬਾਂ ਤੋਂ ਪੂਰਨ ਭਾਂਤ ਬੇਮੁਖ ਹੋ ਜਾਂਦਾ ਹੈ। ਸਾਡੇ ਦੇਸ਼ 'ਚ ਵਿੱਦਿਆ ਵਰਦਾਨ ਨਹੀਂ, ਇੱਕ ਵਗਾਰ ਸਮਝੀ ਜਾਂਦੀ ਹੈ। ਸਾਡਾ ਆਰਥਿਕ ਢਾਂਚਾ ਇਹਨੂੰ ਚਲਾਉਣ ਵਾਲਿਆਂ ਦੀ ਨਲਾਇਕੀ ਦੇ ਅਨੁਪਾਤ 'ਚ ਕਮਜ਼ੋਰ ਹੈ, ਸੋ ਨਿਸ਼ਚੇ ਇੱਕ ਪੜਾਅ ਉੱਤੇ ਆ ਕੇ ਸਰਕਾਰੀ ਨੌਕਰੀਆਂ ਵਿੱਚ ਵਾਧਾ ਬਹੁਤ ਹੀ ਘਟ ਜਾਏਗਾ। ਪੜ੍ਹੇ ਲਿਖੇ ਮਾਪਿਆਂ ਦੇ ਬੱਚੇ ਸਰਕਾਰੀ ਸਕੂਲਾਂ ਦੀ ਨੀਵੀਂ ਕਾਰਗੁਜ਼ਾਰੀ ਕਾਰਨ ਉਹਨਾਂ 'ਚ ਨਹੀਂ ਪੜ੍ਹਨਗੇ ਤੇ ਸਾਡੇ ਸਰਕਾਰੀ ਹਸਪਤਾਲਾਂ ਦੀ ਹਾਲਤ ਵੇਖ ਕੇ ਕੋਈ ਸਿਆਣਾ ਮਰੀਜ਼ ਇਹਨਾਂ ਹਸਪਤਾਲਾਂ 'ਚ ਨਹੀਂ ਜਾਏਗਾ। ਅਜੋਕੀ ਸਥਿਤੀ ਨੂੰ ਧਿਆਨ 'ਚ ਰੱਖ ਕੇ ਆਖਿਆ ਜਾ ਸਕਦਾ ਹੈ ਕਿ ਨਿੱਜੀ ਖੇਤਰ ਸਕੂਲਾਂ, ਹਸਪਤਾਲਾਂ ਸਮੇਤ ਆਰਥਿਕਤਾ ਦੇ ਹਰ ਖੇਤਰ 'ਚ ਪ੍ਰਵੇਸ਼ ਕਰੇਗਾ। ਨਕਲ ਮਾਰਾਂ ਦੀ ਨਲਾਇਕੀ ਸਰਕਾਰੀ ਨੌਕਰੀ ਦੀ ਛਤਰੀ ਥੱਲੇ ਭਾਵੇਂ ਛੁਪ ਜਾਏ, ਪਰ ਨਿੱਜੀ ਖੇਤਰ 'ਚ ਉਹਨਾਂ ਨੂੰ ਫੁੱਟਬਾਲ ਵਾਂਗ ਠੁੱਡੇ ਪੈਣਗੇ। ਸਪਸ਼ਟ ਹੈ ਕਿ ਨਕਲ ਮਾਰ ਜਿੱਥੇ ਵੀ ਜਾਏਗਾ, ਨਕਲ ਦੀ ਪ੍ਰਵਿਰਤੀ ਨੂੰ ਨਾਲ ਲੈ ਕੇ ਜਾਏਗਾ। ਹੈਰਾਨੀ ਦੀ ਗੱਲ ਨਹੀਂ ਕਿ ਇਹਨਾਂ ਨਕਲ ਮਾਰਾਂ ਦੇ ਹੱਥਾਂ 'ਚ ਸਾਡੀ ਆਰਥਿਕਤਾ ਤੇ ਆਰਥਿਕਤਾ ਦੀ ਆਧਾਰ ਟੈਕਨੋਲੋਜੀ ਦੀ ਪੱਧਰ ਨੀਵੀਂ ਹੋਏਗੀ ਤੇ ਵਿਕਾਸ ਹੌਲੀ ਹੋਏਗਾ। ਅਜੇ ਤੱਕ ਸਾਡੇ ਦੇਸ਼ ਦੀ ਰਾਜਨੀਤੀ 'ਚ ਅਨਪੜ੍ਹਾਂ ਦਾ ਬੋਲਬਾਲਾ ਸੀ, ਅਜੋਕਾ ਯੁੱਗ ਨਕਲ ਮਾਰਾਂ ਦਾ ਹੈ। ਅਨਪੜ੍ਹਤਾ ਕਾਰਨ ਹੀ ਸਾਡੇ ਨੇਤਾ ਇਹ ਸਮਝਣ ਤੋਂ ਅਸਮਰਥ ਹਨ ਕਿ ਵਿਗਿਆਨਕ ਯੁੱਗ ਦੇ ਗਿਆਨ ਦੀ ਮਾਤਰਾ ਤੇ ਪ੍ਰਕਾਰ ਅਜਿਹੀ ਹੈ ਕਿ ਸੰਭਵ ਹੀ ਨਹੀਂ ਕਿ ਵਿਦਿਆਰਥੀ ਰੱਟਾ ਲਾ ਕੇ ਜਾਂ ਯਾਦ ਕਰਕੇ ਸਭ ਕੁਝ ਲਿਖ ਦੇਣ। ਸਹੀ ਪ੍ਰਕਾਰ ਦਾ ਉੱਤਰ ਲੱਭਣ ਲਈ ਢੁਕਵੇਂ ਸਰੋਤ ਨੂੰ ਵਰਤਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਜਿਵੇਂ ਇਮਤਿਹਾਨੀ ਕਮਰਿਆਂ 'ਚ ਜੇ ਵਿਦਿਆਰਥੀਆਂ ਨੂੰ ਪੁਸਤਕਾਂ ਲੈ ਜਾਣ ਦੀ ਆਗਿਆ ਹੋਵੇ ਤਾਂ ਨਕਲ ਮਾਰਨ ਦੀ ਕੁਰੀਤੀ ਖਤਮ ਹੋ ਸਕਦੀ ਹੈ।
ਹੁਣ ਇਹ ਨਹੀਂ ਹੋ ਰਿਹਾ ਕਿ ਕਿਤਾਬਾਂ ਦੀ ਲੋੜ ਪੈਂਦੀ ਹੈ, ਪਰ ਆਗਿਆ ਨਹੀਂ। ਇਸੇ ਕਰਕੇ ਕਾਤਰਾਂ ਪਰਚੀਆਂ ਦੇ ਰੂਪ 'ਚ ਕਿਤਾਬਾਂ ਅੰਦਰ ਲਿਜਾਈਆਂ ਜਾਂ ਭੇਜੀਆਂ ਜਾ ਰਹੀਆਂ ਹਨ। ਜੇ ਵਿਦਿਆਰਥੀ ਸਭ ਕੁਝ ਯਾਦ ਕਰਨ ਦੀ ਮਜਬੂਰੀ ਤੋਂ ਮੁਕਤ ਹੋ ਜਾਣ ਤਾਂ ਵਿੱਦਿਆ ਪ੍ਰਾਪਤੀ ਦਾ ਕਾਰਜ ਸੌਖਾ ਹੋ ਸਕਦਾ ਹੈ। ਛਾਪੇਖਾਨੇ ਤੇ ਪੁਸਤਕਾਂ ਦੀ ਕਾਢ ਨੇ ਮਨੁੱਖ ਨੂੰ ਸਭ ਕੁਝ ਯਾਦ ਰੱਖਣ ਦੀ ਮਜਬੂਰੀ ਤੋਂ ਮੁਕਤ ਕੀਤਾ ਹੈ, ਪਰ ਸਾਡਾ ਵਿੱਦਿਅਕ ਢਾਂਚਾ ਹੁਣ ਵੀ ਸਭ ਕੁਝ ਯਾਦ ਰੱਖਣ ਉੱਤੇ ਹੀ ਬਲ ਦੇਈ ਜਾ ਰਿਹਾ ਹੈ। ਇਸ ਨੀਤੀ ਦਾ ਨਤੀਜਾ ਇਹ ਹੋਇਆ ਹੈ ਕਿ ਸਾਡੇ ਜੀਵਨ ਦੇ ਹਰ ਖੇਤਰ 'ਚ ਨਕਲ ਦੀ ਚੜ੍ਹਤ ਹੈ ਤੇ ਪ੍ਰਵਿਰਤੀ ਸਹਿਜੇ ਹੀ ਸਭ ਪਾਸੇ ਵੇਖੀ ਜਾ ਸਕਦੀ ਹੈ। ਅਸੀਂ ਕੱਪੜੇ ਦੂਜਿਆਂ ਦੀ ਨਕਲ ਕਰਕੇ ਪਾਉਂਦੇ ਹਾਂ। ਸੱਭਿਆਚਾਰਕ ਖੇਤਰ ਵਿੱਚ ਅਸੀਂ ਪੱਛਮ ਦੀ ਨਕਲ ਮਾਰ ਰਹੇ ਹਾਂ। ਭਵਨ ਨਿਰਮਾਣ ਵਿੱਚ, ਮਨ ਪਰਚਾਵੇ ਵਿੱਚ, ਫਿਲਮਾਂ ਵਿੱਚ, ਸੰਗੀਤ ਵਿੱਚ, ਖਾਣ ਪਹਿਨਣ 'ਚ ਅਸੀਂ ਅੰਤਾਂ ਦੇ ਨਕਲ ਮਾਰ ਹਾਂ। ਜਦੋਂ ਤੱਕ ਸਾਡੇ ਵਿਹਾਰ 'ਚ ਮੌਲਿਕਤਾ ਪ੍ਰਤੀ ਮੋਹ ਨਹੀਂ ਜਾਗਦਾ, ਅਸੀਂ ਸੁਚੇਤ ਨਹੀਂ ਹੁੰਦੇ, ਮੌਲਿਕਤਾ ਨਹੀਂ ਆਏਗੀ ਤੇ ਅਸੀਂ ਨਕਲ ਮਾਰਦੇ ਰਹਾਂਗੇ। ਇਵੇਂ ਅਸੀਂ ਪੜ੍ਹੇ ਲਿਖੇ ਅਨਪੜ੍ਹਾਂ ਦਾ ਇੱਕ ਵਰਗ ਪੈਦਾ ਕਰ ਰਹੇ ਹਾਂ। ਸਾਡੇ ਦੇਸ਼ 'ਚ ਲੋਕਤੰਤਰ ਹੈ, ਇਸ ਲਈ ਜਿਹੋ ਜਿਹੀ ਸਾਡੀ ਪ੍ਰਜਾ ਹੋਏਗੀ ਉਹੋ ਜਿਹੀ ਸਾਡੀ ਸਰਕਾਰ ਹੋਏਗੀ। ਟੈਕਨੋਲੋਜੀ ਦੇ ਖੇਤਰ 'ਚ ਨਕਲ ਦੀ ਪ੍ਰਵਿਰਤੀ ਸਾਨੂੰ ਸਦਾ ਲਈ ਪੱਛਮ ਦਾ ਗੁਲਾਮ ਬਣਾਈ ਰੱਖੇਗੀ। ਸੰਦਰਭ ਤੋਂ ਟੁੱਟੀ ਹੋਈ ਤੇ ਲੋਕਾਂ ਦੀਆਂ ਲੋੜਾਂ ਤੋਂ ਵਿਜੋਗੀ ਹੋਈ ਵਿੱਦਿਅਕ ਪ੍ਰਣਾਲੀ 'ਚ ਲੋਕਾਂ ਦਾ ਮਨ, ਦਿਲ ਤੇ ਦਿਮਾਗ ਨਹੀਂ ਖੁੱਭਦੇ ਤੇ ਇਸ ਉਦਰੇਵੇਂ ਦੇ ਕਾਰਨ ਹੀ ਸਾਡੇ ਅਧਿਆਪਕ ਤੇ ਵਿਦਿਆਰਥੀ ਗਿਆਨ ਦੀਆਂ ਪਰਤਾਂ ਫਰੋਲਣ ਦੀ ਥਾਂ ਵਿੱਦਿਆ ਦਾ ਬਲਾਤਕਾਰ ਕਰਨ ਲੱਗ ਪਏ ਹੈ। ਭ੍ਰਿਸ਼ਟਾਚਾਰ ਅਜੋਕੇ ਭਾਰਤ ਦੀ ਆਰਥਿਕਤਾ ਦੀ ਚੂਲ ਬਣ ਗਿਆ ਹੈ। ਅਧਿਆਪਕ ਵਰਗ ਗਰੀਬ ਹੈ ਤੇ ਵਪਾਰ ਤੇ ਨੌਕਰੀਆਂ 'ਚ ਲੱਗੇ ਵਰਗ ਦੇ ਬੱਚੇ ਵਿਦਿਆਰਥੀ ਜੀਵਨ ਦੌਰਾਨ ਅਧਿਆਪਕਾਂ ਦੀ ਆਰਥਿਕ ਮੰਦਹਾਲੀ ਕਾਰਨ ਅਧਿਆਪਕਾਂ ਨੂੰ ਟਿੱਚ ਸਮਝਦੇ ਹੈ। ਪਿੰਡਾਂ 'ਚ ਕਿਸਾਨਾਂ ਦਾ ਵਾਹ ਪਟਵਾਰੀਆਂ, ਥਾਣੇਦਾਰ ਆਦਿ ਨਾਲ ਪੈਂਦਾ ਹੈ, ਜਿਹੜੇ ਬਿਨਾਂ ਰਿਸ਼ਵਤ ਲਏ ਗਾਲ ਵੀ ਕੱਢਣ ਲਈ ਤਿਆਰ ਨਹੀਂ ਹੁੰਦੇ। ਸੋ ਪੇਂਡੂਆਂ ਨੂੰ ਰਿਸ਼ਵਤ ਦੇ ਕੇ ਕੰਮ ਕਰਵਾਉਣ ਦੀ ਆਦਤ ਪਾ ਦਿੱਤੀ ਗਈ ਹੈ। ਇਸੇ ਆਦਤ ਵੱਸ ਉਹ ਅਧਿਆਪਕ ਵਰਗ ਨੂੰ ਵੀ ਪਟਵਾਰੀ, ਥਾਣੇ ਦੇ ਮੁਨਸ਼ੀ ਆਦਿ ਜਿਹਾ ਹੀ ਕੁਝ ਸਮਝਣ ਲੱਗ ਪਏ ਹੈ। ਪੂੰਜੀਵਾਦ ਨੇ ਪੀਣ, ਪਹਿਨਣ, ਖਾਣ, ਹੰਢਾਉਣ ਦੀ ਇੱਕ ਅਜਿਹੀ ਭੁੱਖ ਪੈਦਾ ਕਰ ਦਿੱਤੀ ਹੈ ਕਿ ਉਦੇਸ਼ ਪੂਰਤੀ ਲਈ ਕੁਝ ਵੀ ਨਜਾਇਜ਼ ਪ੍ਰਤੀਤ ਨਹੀਂ ਹੁੰਦਾ। ਵੱਧ ਝਾੜ ਦੇਣ ਵਾਲੀਆਂ ਫਸਲਾਂ ਤੇ ਸਫੈਦੇ ਦੇ ਦਰਖਤਾਂ ਨੇ ਸਾਰਾ ਮਾਨਸਿਕ ਵਾਤਾਵਰਨ ਹੀ ਬਦਲ ਦਿੱਤਾ ਹੈ। ਸਭ ਕੁਝ ਝਟਪਟ ਕਰਨ ਦੀ, ਪ੍ਰਾਪਤ ਕਰਨ ਦੀ, ਵੱਡਾ ਹੋ ਜਾਣ ਆਦਿ ਦੀ ਮਨੋਵਿਗਿਆਨਕ ਬਿਰਤੀ ਉਤਪੰਨ ਹੋ ਗਈ ਹੈ। ਸਾਡੇ ਵਰਤਾਰੇ ਦਾ ਮੁਹਾਵਰਾ ਅਜੇ ਬੌਧਿਕ ਨਹੀਂ ਹੋਇਆ ਤੇ ਬੋਲਚਾਲ ਵਿੱਚ ਅਜੇ ਸੋਚ ਵਿਚਾਰ ਵਾਲੀ ਸ਼ਬਦਾਵਲੀ ਅਸੀਂ ਅਪਣਾ ਨਹੀਂ ਸਕੇ। ਅਜੇ ਵੀ ਅਸੀਂ ਸਰੀਰਕ ਅਮਲ ਦੀਆਂ ਹੀ ਗੱਲਾਂ ਕਰੀ ਜਾ ਰਹੇ ਹਾਂ। ਨਕਲ ਮਾਰਨ ਵਿੱਚ ਵੀ ਮਾਰਨ ਦੀ ਬਿਰਤੀ ਦਿਮਾਗੀ ਨਹੀਂ, ਸਰੀਰਕ ਹੈ। ਅਸੀਂ ਕਦੀ ਨਹੀਂ ਕਿਹਾ ਕਿ ਫਲਾਣੇ ਮਾਮਲੇ ਬਾਰੇ ਸੋਚ ਲਵਾਂਗੇ। ਅਸੀਂ ਇਹੀ ਕਹਿੰਦੇ ਹਾਂ ਵੀ ਫੱਟੇ ਚੁੱਕ ਦਿਆਂਗੇ, ਕੰਡਾ ਕੱਢ ਦਿਆਂਗੇ, ਲੱਤਾਂ ਭੰਨ ਦਿਆਂਗੇ। ਜਦੋਂ ਤੱਕ ਸਾਡੇ ਵਰਤਾਰੇ ਦਾ ਮੁਹਾਵਰਾ ਸਰੀਰਕ ਦੀ ਥਾਂ ਬੌਧਿਕ ਨਹੀਂ ਹੁੰਦਾ, ਸਥਿਤੀ ਦੇ ਸੁਧਰਨ ਦੀ ਬਹੁਤੀ ਆਸ ਨਹੀਂ। ਸਾਡੇ ਪ੍ਰੀਖਿਆ ਕੇਂਦਰਾਂ ਵਿੱਚ ਅੰਦਰਲਿਆਂ ਦੇ ਬਾਹਰਲਿਆਂ ਦੀ ਗਹਿਮਾ ਗਹਿਮੀ ਵੇਖ ਕੇ ਕੌਣ ਗਿਲਾ ਕਰ ਸਕਦਾ ਹੈ ਕਿ ਸਾਡੇ 'ਚ ਸਹਿਯੋਗ ਦੀ ਘਾਟ ਹੈ। ਨਕਲ ਮਾਰ ਕੇ ਪਾਸ ਹੋਣ ਵਾਲੇ ਵਿਅਕਤੀਆਂ ਦੀ ਸ਼ਖਸੀਅਤ ਦਾ ਨੈਤਿਕ ਪੱਖ ਇਸ ਹੱਦ ਤੱਕ ਕਮਜ਼ੋਰ ਹੁੰਦਾ ਹੈ ਕਿ ਝੂਠ ਬੋਲਣਾ, ਚੋਰੀ ਕਰਨੀ, ਬਿਜਲੀ ਚੁਰਾਉਣੀ, ਰਿਸ਼ਵਤ ਲੈਣੀ, ਜਾਲੀ ਡਿਗਰੀ ਲੈਣੀ ਅਰਥਾਤ ਹਰ ਨਾਜਾਇਜ਼ ਕੰਮ ਵੱਲ ਉਹਨਾਂ ਦੀ ਰੁਚੀ ਸਹਿਜੇ ਹੀ ਪ੍ਰੇਰੀ ਜਾਂਦੀ ਹੈ। ਅਜਿਹੇ ਵਿਅਕਤੀਆਂ ਨੂੰ ਹਰ ਚੀਜ਼ ਉੱਤੇ ਨਾਜਾਇਜ਼ ਕਬਜ਼ਾ ਕਰਨ ਦੀ ਆਦਤ ਪੈ ਜਾਂਦੀ ਹੈ। ਸਭ ਤੋਂ ਵੱਡਾ ਦੁਖਾਂਤ ਇਹ ਵਾਪਰਦਾ ਹੈ ਕਿ ਅਜਿਹੇ ਲੋਕ ਮਿਹਨਤ ਅਤੇ ਮੌਲਿਕਤਾ ਨੂੰ ਤਿਰਸਕਾਰ ਦੀ ਨਜ਼ਰ ਨਾਲ ਵੇਖਦੇ ਹੈ। ਅਜਿਹੇ ਲੋਕਾਂ ਵਿੱਚ ਹੀ ਝਟਪਟ ਅਮੀਰ ਬਣਨ, ਸਫਲ ਹੋਣ ਤੇ ਵੱਡੇ ਪ੍ਰਤੀਤ ਹੋਣ ਦੀ ਲਾਲਸਾ ਜਾਗਦੀ ਹੈ, ਜਿਸ ਕਾਰਨ ਸਮਾਜ ਵਿੱਚ ਹਿੰਸਾ ਤੇ ਅਪਰਾਧ ਵੱਧਦੇ ਹੈ। ਨਕਲਮਾਰਾਂ ਦੀ ਸ਼ਖਸੀਅਤ ਵਿੱਚ ਇੱਕ ਸਦੀਵੀ ਬੇਚੈਨੀ ਘਰ ਕਰ ਜਾਂਦੀ ਹੈ ਤੇ ਮਿਹਨਤ ਰਾਹੀਂ ਆਪਣਾ ਕੱਦ ਉੱਚਾ ਕਰਨ ਦੀ ਥਾਂ ਇਹ ਲੋਕ ਸਮੁੱਚੇ ਸਮਾਜ ਨੂੰ ਆਪਣੀ ਪੱਧਰ ਤੱਕ ਡੇਗਣ ਲਈ ਯਤਨ ਕਰਦੇ ਹੈ। ਇਵੇਂ ਸਮਾਜਿਕ ਤੇ ਸੱਭਿਆਚਾਰਕ ਪਿੜਾਂ ਵਿੱਚ ਮੌਲਿਕਤਾ ਦਾ ਘਾਣ ਹੁੰਦਾ ਹੈ। ਅਨੁਮਾਨ ਲਾਇਆ ਜਾ ਸਕਦਾ ਹੈ ਰੇਤ ਨਾਲ ਚਿਣੀਆਂ ਹੋਈਆਂ ਸ਼ਖਸੀਅਤਾਂ ਕਿੰਨੀ ਕੁ ਮਜ਼ਬੂਤ ਆਰਥਿਕਤਾ ਨੂੰ ਸਹਾਰਾ ਦੇ ਸਕਦੀਆਂ। ਸਭ ਤੋਂ ਵੱਡਾ ਆਨੰਦ ਬੁੱਧ ਵਿਵੇਕ ਦਾ ਆਨੰਦ ਹੁੰਦਾ, ਜਦਕਿ ਨਕਲਮਾਰ ਸਰੀਰਕ ਲੋੜਾਂ ਤੋਂ ਉੱਪਰ ਨਹੀਂ ਉੱਠਦੇ। ਨਕਲ ਮਾਰਨ ਦੀ ਅਜੋਕੀ ਸਥਿਤੀ ਦਾ ਸੰਸਾਰ ਦੇ ਕਈ ਦੇਸ਼ਾਂ ਨੇ ਵਿਗਿਆਨਕ ਢੰਗ ਨਾਲ ਸਾਹਮਣਾ ਕੀਤਾ ਹੈ। ਪ੍ਰਸ਼ਨ ਪੱਤਰ ਦੀ ਥਾਂ ਪ੍ਰਸ਼ਨ ਪੁਸਤਕ ਦਾ ਰਿਵਾਜ ਪੈ ਰਿਹਾ ਤੇ ਵਿਦਿਆਰਥੀਆਂ ਨੂੰ ਉੱਤਰ ਪੁਸਤਕ ਨਹੀਂ, ਵਿਚਲੇ ਇਹਨਾਂ ਸੰਭਾਵਿਤ 4 ਜਾਂ 5 ਉੱਤਰਾਂ 'ਚੋਂ ਕਿਸੇ ਇੱਕ ਜੋ ਸਹੀ ਹੁੰਦਾ ਹੈ ਤੇ ਸਹੀ ਚੋਣ ਦਾ ਨਿਸ਼ਾਨ ਲਾਉਣਾ ਹੁੰਦਾ ਹੈ। ਅਜਿਹੇ ਇਮਤਿਹਾਨਾਂ 'ਚ ਪਾਸ ਪ੍ਰਤੀਸ਼ਤਤਾ 75 ਤੋਂ ਸ਼ੁਰੂ ਹੁੰਦੀ ਹੈ। ਪ੍ਰਸ਼ਨ ਇੰਨੇ ਹੁੰਦੇ ਹੈ ਕਿ ਜਿਹਨੇ ਪ੍ਰਸ਼ਨ ਪੁਸਤਕ ਤੋਂ ਧਿਆਨ ਹਟਾਇਆ ਉਹਦੇ ਸਾਰੇ
ਪ੍ਰਸ਼ਨ ਹੱਲ ਕਰਨ ਦੀ ਸੰਭਾਵਨਾ ਹੀ ਨਹੀਂ ਰਹਿੰਦੀ ਤੇ ਉਹ ਕਿਸੇ ਵੀ ਨਾਜਾਇਜ਼ ਢੰਗ ਨਾਲ ਪਾਸ ਹੀ ਨਹੀਂ ਹੋ ਸਕਦਾ। ਅਜਿਹੀ ਸਥਿਤੀ 'ਚ ਨਕਲ ਮਾਰਨ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ। ਨਕਲ ਮਾਰਨ ਦੀ ਸਮੱਸਿਆ ਉਦੋਂ ਤੱਕ ਰਹੇਗੀ ਜਦ ਤੱਕ ਨੌਕਰੀ ਯੋਗਤਾ ਦੇ ਆਧਾਰ 'ਤੇ ਨਹੀਂ, ਡਿਗਰੀ ਦੇ ਆਧਾਰ 'ਤੇ ਮਿਲਦੀ ਰਹੇਗੀ। ਨਕਲ ਮਾਰਨਾ ਇੱਕ ਵਿੱਕੋ ਲੱਤਰੀ ਘਟਨਾ ਨਹੀਂ, ਸਗੋਂ ਇੱਕ ਲੰਮੀ ਬਿਮਾਰੀ ਦਾ ਆਰੰਭ ਹੈ। ਇਸ ਪ੍ਰਵਿਰਤੀ ਨਾਲ ਕੰਮ ਚੋਰਾਂ ਦੀ ਫੌਜ ਇੰਨੀ ਸ਼ਕਤੀਸ਼ਾਲੀ ਹੋ ਜਾਏਗੀ ਕਿ ਮਿਹਨਤ ਕਰਨ ਵਾਲੇ ਮੁੱਠੀ ਭਰ ਗੱਦਾਰਾਂ ਦਾ ਮਲੀਆ ਮੇਟ ਕਰ ਦੇਵੇਗੀ ਤੇ ਅਸਲੀ ਦੀ ਥਾਂ ਨਕਲੀ ਸਮਾਜ ਤੇ ਨਕਲੀ ਬੰਦਿਆਂ ਵਾਲਾ ਨਕਲੀ ਸੱਭਿਆਚਾਰ ਉਸਾਰਨ ਦਾ ਸੁਪਨਾ ਸਹਿਜੇ ਹੀ ਪੂਰਾ ਹੋ ਜਾਏਗਾ। ਧੰਨਵਾਦ।